ਦੇ ਮਾਲਿਕ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਵੱਡ ਭਾਗੀ ਸਤ ਸੰਗੀ ਜਨੋ, ਆਪ ਵੱਡ ਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਸਰਵਨ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਆਪ ਜੀ ਨੇ ਇਸ ਤੋਂ ਪਹਿਲੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ, ਜਿਸ ਵੇਲੇ ਅਬਦੁੱਲ ਖਾਨ ਦਾ ਵੱਡਾ ਸਪੁੱਤਰ ਨਬੀ ਬਖਸ਼ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ। ਉਸ ਵੇਲੇ ਕੁਝ ਮਨੁੱਖ ਦੌੜਦੇ ਹੋਏ ਅਬਦੁੱਲ ਖਾਨ ਦੇ ਕੋਲ ਗਏ ਤੇ ਅਬਦੁੱਲ ਖਾਨ ਨੂੰ ਦੱਸਣਾ ਕੀਤਾ, ਕਹਿਣ ਲੱਗੇ ਕਿ ਬਹੁਤ ਮਾੜੀ ਹੋਈ ਹੈ, ਤੁਹਾਡੇ ਪੁੱਤਰ ਦੀ ਜੰਗ ਦੇ ਵਿੱਚ ਮੌਤ ਹੋ ਗਈ ਹੈ। ਕਹਿੰਦੇ ਉਸ ਵੇਲੇ ਅਬਦੁੱਲ ਖਾਨ ਆਪਣੇ ਪੁੱਤਰ ਦੀ ਮੌਤ ਨੂੰ ਸੁਣ ਕੇ ਬੜਾ ਦੁਖੀ ਹੋਇਆ। ਇਸਨੇ ਬੜਾ ਵਿਰਲਾਪ ਕਰਨਾ ਕੀਤਾ। ਇੰਨੀ ਦੇਰ ਨੂੰ ਇਹਦਾ ਛੋਟਾ ਪੁੱਤਰ ਕਰੀਮ ਬਖਸ਼ ਇਹਦੇ ਕੋਲ ਚੱਲ ਕੇ ਆਇਆ। ਉਹ ਕਹਿਣ ਲੱਗਿਆ, ਪਿਤਾ ਜੀ ਤੁਸੀਂ ਸਾਰੀਆਂ ਫੌਜਾਂ ਦੇ ਨਾਇਕ ਹੋ, ਜੇ ਜੰਗ ਦੇ ਵਿੱਚ ਤੁਸੀਂ ਰੋਣਾ ਸ਼ੁਰੂ ਕਰ ਦਿੱਤਾ, ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ, ਕੌਣ ਜੰਗ ਦੇ ਵਿੱਚ ਲੜੇਗਾ? ਕਹਿਣ ਲੱਗਿਆ ਕਿ ਮੈਂ ਜੰਗ ਦੇ ਵਿੱਚ ਜਾਂਦਾ। ਜਿਨ੍ਹਾਂ ਗਵਾਰਾਂ ਨੇ ਮੇਰੇ ਭਰਾ ਨੂੰ ਮਾਰਨਾ ਕੀਤਾ, ਮੈਂ ਉਹਨਾਂ ਦੇ ਕੋਲੋਂ ਜਾ ਕੇ ਬਦਲਾ ਲੈਣਾ। ਕਹਿੰਦੇ ਉਸ ਵੇਲੇ ਅਬਦੁੱਲ ਖਾਨ ਨੂੰ ਥੋੜਾ ਹੌਸਲਾ ਹੋਇਆ। ਇਹਨੇ ਕਰੀਮ ਬਖਸ਼ ਨੇ ਆਪਣੇ ਨਾਲ ਫੌਜਾਂ ਲਈਆਂ ਤੇ ਇਹ ਗੱਲ ਕਹਿਣ ਲੱਗਿਆ ਕਿ ਜਾਂ ਮੈਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰ ਦੇਵਾਂਗਾ, ਜਾਂ ਮੈਂ ਉਹਨਾਂ ਨੂੰ ਪਕੜ ਕੇ ਲੈ ਕੇ ਆਵਾਂਗਾ, ਨਹੀਂ ਤੇ ਮੈਂ ਵਾਪਸ ਨਹੀਂ ਆਵਾਂਗਾ। ਕਹਿੰਦੇ ਸਾਰੀਆਂ ਫੌਜਾਂ ਇਹਨੇ ਆਪਣੇ ਨਾਲ ਲੈਣੀਆਂ ਕੀਤੀਆਂ। ਪਿੱਛੇ ਅਬਦੁੱਲ ਖਾਨ ਜਿਹੜਾ ਸੀ ਉਹ ਵੀ ਚੜ ਜਾਂਦਾ ਹੈ। ਇੱਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਸ ਵੇਲੇ ਵੇਖਿਆ, ਉਸ ਵੇਲੇ ਗੁਰਸਿੱਖਾਂ ਦੇ ਨਾਲ ਬਚਨ ਕੀਤੇ। ਸਤਿਗੁਰੂ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਬਦੁੱਲ ਖਾਨ ਦਾ ਦੂਜਾ ਪੁੱਤਰ ਵੀ ਜੰਗ ਲੜਨ ਵਾਸਤੇ ਆਇਆ ਹੈ। ਤੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਤਿਆਰ ਕਰਨਾ ਕੀਤਾ। ਤੇ ਕਰੀਮ ਬਖਸ਼ ਉਸ ਵੇਲੇ ਪੁੱਛਦਾ ਜਾਂਦਾ ਹੈ ਕਿ ਮੇਰੇ ਭਰਾ ਦੀ ਮੌਤ ਕਿੱਥੇ ਹੋਈ, ਕਿੱਥੇ ਮੇਰੇ ਭਰਾ ਨੂੰ ਮਾਰਿਆ ਤੇ ਕਿੰਨੇ ਮਾਰਨਾ ਕੀਤਾ। ਤੇ ਇਹਦੇ ਸਾਥੀ ਦੱਸਦੇ ਨੇ ਕਿ ਜਿੱਥੇ ਬਹੁਤ ਸਾਰੇ ਗੁਰਸਿੱਖ ਇਕੱਠੇ ਖਲੋਤੇ ਨੇ, ਉੱਥੇ ਤੇਰੇ ਭਰਾ ਦੀ ਮੌਤ ਹੋਈ ਹੈ ਤੇ ਉੱਥੇ ਤੇਰੇ ਭਰਾ ਦਾ ਸਰੀਰ ਪਿਆ ਹੈ। ਉਹ ਗੁਰਸਿੱਖਾਂ ਨੇ ਉਸ ਥਾਂ ਤੇ ਕਬਜ਼ਾ ਕਰਨਾ ਕੀਤਾ। ਕਹਿੰਦੇ ਇਹ ਜਿਹੜਾ ਅਬਦੁੱਲ ਖਾਨ ਦਾ ਪੁੱਤਰ ਕਰੀਮ ਬਖਸ਼ੀ ਉਸ ਪਾਸੇ ਨੂੰ ਚੱਲਿਆ। ਇੱਧਰੋਂ ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਬਿਧੀ ਚੰਦ ਨੂੰ ਤਿਆਰ ਕਰਨਾ ਕੀਤਾ। ਤੇ ਜਦੋਂ ਕਰੀਮ ਬਖਸ਼ ਅੱਗੇ ਵੱਧਦਾ ਜਾਂਦਾ ਹੈ, ਉਸ ਵੇਲੇ ਅਬਦੁੱਲ ਖਾਨ ਨੇ ਵੇਖਿਆ। ਅਬਦੁੱਲ ਖਾਨ ਆਪਣੇ ਨਜ਼ਦੀਕੀਆਂ ਨੂੰ ਪੁੱਛਦਾ ਹੈ ਕਿ ਕਰੀਮ ਬਖਸ਼ ਕਿਸ ਪਾਸੇ ਜਾਂਦਾ ਹੈ। ਉਹਨਾਂ ਨੇ ਦੱਸਣਾ ਕੀਤਾ ਕਿ ਜਿਸ ਪਾਸੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰੀਮ ਬਖਸ਼ ਉਸ ਪਾਸੇ ਤੁਰਿਆ ਜਾਂਦਾ ਹੈ। ਇਹਨੇ ਇੱਕ ਸਵਾਰ ਨੂੰ ਭੇਜਿਆ, ਕਹਿਣ ਲੱਗਿਆ ਕਿ ਛੇਤੀ ਉਹਨੂੰ ਮੋੜ ਨਾ ਕਰੋ। ਕਹਿਣ ਲੱਗਿਆ ਕਿ ਮੈਨੂੰ ਹੌਲ ਪੈਂਦਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਰਾਹ ਤੇ ਨਬੀ ਬਖਸ਼ ਗਿਆ ਨਾ, ਕਰੀਮ ਬਖਸ਼ ਵੀ ਉਸ ਰਾਹ ਤੇ ਤੁਰਨ ਵਾਲਾ ਹੈ, ਉਹਨੂੰ ਵਾਪਸ ਲੈ ਕੇ ਆਉਣਾ ਕਰ। ਕਹਿੰਦੇ ਇੱਕ ਘੋੜ ਸਵਾਰ ਦੌੜਦਾ ਹੋਇਆ ਕਰੀਮ ਬਖਸ਼ ਕੋਲ ਗਿਆ। ਉਹਨੇ ਜਾ ਕੇ ਕਰੀਮ ਬਖਸ਼ ਨੂੰ ਕਹਿਣਾ ਕੀਤਾ ਕਿ ਤੇਰੇ ਪਿਤਾ ਨੇ ਇਹ ਤੇਰੇ ਵਾਸਤੇ ਹੁਕਮ ਭੇਜਿਆ। ਕਰੀਮ ਬਖਸ਼ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗਿਆ ਹੁਣ ਮੈਂ ਪਿੱਛੇ ਨਹੀਂ ਮੁੜਾਂਗਾ, ਭਾਵੇਂ ਮੌਤ ਹੋ ਜਾਵੇ,
ਭਾਵੇਂ ਮੈਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਕੜ ਕੇ ਲੈ ਕੇ ਆਉਣਾ ਕਰਾਂ। ਜਿਸ ਤਰ੍ਹਾਂ ਕਰੀਮ ਬਖਸ਼ ਅੱਗੇ ਵਧਿਆ, ਭਾਈ ਬਿਧੀ ਚੰਦ ਵਧੇ ਨੇ, ਜੰਗ ਸ਼ੁਰੂ ਹੋਇਆ, ਤੇ ਜਿਸ ਤਰ੍ਹਾਂ ਅਬਦੁੱਲ ਖਾਂ, ਕਰਮ ਚੰਦ ਤੇ ਰਤਨ ਚੰਦ ਜਿਹੜੇ ਨੇ ਇਹਨਾਂ ਨੂੰ ਭੇਜਣਾ ਕਰਨਗੇ। ਇਹਨਾਂ ਨੂੰ ਇਹ ਗੱਲ ਕਹੇਗਾ ਕਿ ਤੁਸੀਂ ਲੜਾਈ ਮੇਰੇ ਗੱਲ ਪਾਉਣੀ ਕੀਤੀ ਹੈ ਤੇ ਪਿੱਛੇ ਤੁਸੀਂ ਜਾਨਾਂ ਬਚਾ ਕੇ ਖਲੋਤੇ ਹੋ। ਸੋ ਪਾਵਨ ਜਸ ਸਰਵਨ ਕਰਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਿਆਂ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਔਚਕ ਖਤਰੀਆਨ ਚढ़ाए, ਆਪ ਮਰਿਓ ਹਮਕੋ ਮਰਵਾਏ। ਤੇ ਕਹਿਣ ਲੱਗਿਆ ਕਿ ਅਚਾਨਕ ਇਹਨਾਂ ਖੱਤਰੀਆਂ ਨੇ, ਇਹ ਜਿਹੜਾ ਕਰਮ ਚੰਦ ਤੇ ਰਤਨ ਚੰਦ ਇਹਨਾਂ ਨੇ ਅਚਾਨਕ ਸਾਨੂੰ ਚੜਾ ਦਿੱਤਾ। ਆਪ ਤੇ ਇਹਨਾਂ ਨੇ ਮਰਨਾ ਸੀ ਤੇ ਕਹਿਣ ਲੱਗਿਆ ਕਿ ਸਾਨੂੰ ਵੀ ਮਰਵਾਉਣਾ ਕੀਤਾ ਹੈ। ਰਤਨ ਚੰਦਰ ਕਰਮ ਚੰਦ ਦੋਏ, ਤਿਨਕੇ ਦਿਸ਼ਾ ਦੇਖ ਰਿਸ ਹੋਏ। ਉਸ ਵੇਲੇ ਅਬਦੁੱਲ ਖਾਂ ਦੇ ਕੋਲ ਇਹ ਖਲੋਤੇ ਸਨ, ਰਤਨ ਚੰਦ ਤੇ ਕਰਮ ਚੰਦ। ਇਹਨਾਂ ਵੱਲ ਵੇਖ ਕੇ ਬੜੇ ਕ੍ਰੋਧ ਦੇ ਵਿੱਚ, ਬੜੇ ਗੁੱਸੇ ਦੇ ਵਿੱਚ ਆ ਕੇ ਤੇ ਇਹਨੇ ਇਸ ਤਰ੍ਹਾਂ ਕਹਿਣਾ ਕੀਤਾ, ਕਹਿਓ ਤਰਜ ਕੈ ਤਿਨਕੇ ਸੰਗ, ਇਹਾਂ ਖਰੇ ਕਿਉਂ ਭਏ ਨਿਸੰਗ। ਤੇ ਉਸ ਵੇਲੇ ਇਹਨਾਂ ਦੋਨਾਂ ਨੂੰ, ਰਤਨ ਚੰਦ ਤੇ ਕਰਮ ਚੰਦ ਨੂੰ ਤਾੜਨਾ ਕੀਤੀ। ਤਾੜਨਾ ਕਰਕੇ ਉਸ ਵੇਲੇ ਕਹਿਣ ਲੱਗਿਆ ਕਿ ਇੱਥੇ ਤੁਸੀਂ ਖਲੋਤੇ ਕੀ ਕਰਦੇ ਹੋ। ਨਬੀ ਬਖਸ਼ ਕੋ ਜਿਸ ਥਲ ਮਾਰਾ, ਤਹਾਂ ਕਰੀਮ ਬਖਸ਼ ਪਗ ਧਾਰਾ। ਤੇ ਕਹਿਣ ਲੱਗਿਆ ਅਬਦੁੱਲ ਖਾਂ ਕਿ ਜਿੱਥੇ ਨਬੀ ਬਖਸ਼ ਨੂੰ ਸਤਿਗੁਰੂ ਜੀ ਦੇ ਗੁਰਸਿੱਖਾਂ ਨੇ ਮਾਰਨਾ ਕੀਤਾ ਤੇ ਉਸ ਪਾਸੇ ਮੇਰਾ ਦੂਜਾ ਪੁੱਤਰ ਕਰੀਮ ਬਖਸ਼ ਜਿਹੜਾ ਤੁਰ ਪਿਆ ਏ, ਉਹਨੇ ਉਸ ਪਾਸੇ ਨੂੰ ਪੈਰ ਰੱਖਣਾ ਕੀਤਾ। ਮਿਲੋ ਜਾਏ ਅਬ ਤਿਸਕੇ ਸੰਗ, ਰੱਛੋ ਮਮ ਸੁਤ ਕੋ ਵਿੱਚ ਜੰਗ। ਤੇ ਫਿਰ ਉਸ ਵੇਲੇ ਅਬਦੁੱਲ ਖਾਂ ਨੇ ਇਹਨਾਂ ਦੋਨਾਂ ਨੂੰ ਇਹ ਗੱਲ ਸਮਝਾਉਣੀ ਕੀਤੀ ਕਿ ਦੋਨੋਂ ਹੁਣ ਜੰਗ ਦੇ ਵਿੱਚ ਜਾਓ ਤੇ ਮੇਰੇ ਪੁੱਤਰ ਕਰੀਮ ਬਖਸ਼ ਦੀ ਤੁਸੀਂ ਰੱਖਿਆ ਕਰਨਾ ਕਰੋ। ਮੇਰੇ ਪੁੱਤਰ ਕਰੀਮ ਬਖਸ਼ ਨੂੰ ਤੁਸੀਂ ਬਚਾ ਕੇ ਰੱਖਣਾ ਕਰੋ। ਜਹਾਂ ਕਰੀਮ ਬਖਸ਼ ਚਲ ਜਾਏ, ਤਿਸਕੋ ਸਾਥ ਛੋੜ ਨ ਆਏ। ਤੇ ਫਿਰ ਉਸ ਵੇਲੇ ਅਬਦੁੱਲ ਖਾਂ ਰਤਨ ਚੰਦ ਤੇ ਕਰਮ ਚੰਦ ਨੂੰ ਇਹ ਗੱਲ ਕਹਿਣ ਲੱਗਿਆ ਕਿ ਜਿਸ ਪਾਸੇ ਵੀ ਕਰੀਮ ਬਖਸ਼ ਜਾਵੇ ਨਾ, ਉਹਦਾ ਸੰਗ ਛੱਡ ਕੇ, ਉਹਦਾ ਸਾਥ ਛੱਡ ਕੇ ਤੁਸੀਂ ਵਾਪਸ ਨਹੀਂ ਆਉਣਾ। ਜਿਸ ਪਾਸੇ ਉਹ ਜਾਵੇ ਉਸ ਪਾਸੇ ਤੁਸੀਂ ਨਾਲ ਜਾਣਾ। ਮੈਂ ਇਤ ਘਾਲੋਂ ਜੋਰ ਕਨੇਰਾ, ਹੋਏ ਅੰਤਰਣ ਕੋਈ ਸਵੇਰਾ। ਤੇ ਅਬਦੁੱਲ ਖਾਂ ਕਹਿਣ ਲੱਗਿਆ ਕਿ ਮੈਂ ਵੀ ਜੰਗ ਲੜਨ ਵਾਸਤੇ ਪੂਰਾ ਤਨ ਦੇਹੀ ਦਾ ਜ਼ੋਰ ਜਿਹੜਾ ਉਹ ਲਾਉਣਾ ਕਰਾਂਗਾ ਤੇ ਜੰਗ ਦਾ ਨਿਬੇੜਾ ਹੋ ਜਾਵੇਗਾ। ਜਿੱਤ ਤੇ ਹਾਰ ਦਾ ਹੁਣ ਥੋੜੇ ਸਮੇਂ ਦੇ ਵਿੱਚ ਹੀ ਫੈਸਲਾ ਹੋ ਜਾਵੇਗਾ। ਗਾਹੋਂ ਕੇ ਮਾਰੋ ਗੁਰ ਕੋ ਜਾਈ, ਨਬੀ ਬਖਸ਼ ਕੋ ਪਲਟੋ ਪਾਈ। ਤੇ ਅਬਦੁੱਲ ਖਾਂ ਕਹਿਣ ਲੱਗਿਆ ਕਿ ਜਾਂ ਤੇ ਸਤਿਗੁਰੂ ਜੀ ਨੂੰ ਪਕੜ ਲਵਾਂਗੇ ਜਾਂ ਸਤਿਗੁਰੂ ਜੀ ਨੂੰ ਮਾਰ ਦੇਵਾਂਗੇ। ਤੇ ਫਿਰ ਕਹਿਣ ਲੱਗਿਆ ਕਿ ਆਪਣੇ ਪੁੱਤਰ ਨਬੀ ਬਖਸ਼ ਨੂੰ ਮਾਰਨ ਦਾ ਬਦਲਾ ਜਿਹੜਾ ਉਹ ਫਿਰ ਮੈਂ ਸਤਿਗੁਰੂ ਜੀ ਦੇ ਕੋਲੋਂ ਲੈਣਾ ਕਰਾਂਗਾ। ਰਿਸਕੋ ਬਚਨ ਬਾਬ ਕੋ ਸੁਨਿਓ, ਗੁਨਿਓ ਸ਼ਸ਼ੋਕ ਪੁੱਤਰ ਜਿਸ ਹਨਿਓ। ਕਹਿੰਦੇ ਜਿਹਨੂੰ ਆਪਣੇ ਪੁੱਤਰ ਦਾ ਮਰਨ ਦਾ ਬੜਾ ਸ਼ੋਕ ਸੀ, ਬੜਾ ਦੁੱਖ ਸੀ, ਤੇ ਉਹਦੇ ਬਚਨ ਬੜੇ ਗੁੱਸੇ ਵਾਲੇ, ਬੜੇ ਕ੍ਰੋਧ ਵਾਲੇ ਜਦੋਂ ਰਤਨ ਚੰਦ ਤੇ ਕਰਮ ਚੰਦ ਦੋਨੋਂ ਸੁਣਦੇ ਨੇ। ਦੋਨੋਂ ਖਤਰੀ ਤੂਸ਼ਨ ਧਰ ਕੇ, ਪ੍ਰੇਰੇ ਹੈ ਤੂਰਨਤਾ ਕਰਕੇ। ਤੇ ਦੋਨਾਂ ਖੱਤਰੀਆਂ ਨੇ ਕਹਿੰਦੇ ਉਸ ਵੇਲੇ ਚੁੱਪ ਕਰਕੇ ਆਪਣੇ ਜਿਹੜੇ ਘੋੜੇ ਸਨ ਉਹਨਾਂ ਨੂੰ ਪ੍ਰੇਰਿਆ ਤੇ ਜਿਸ ਪਾਸੇ ਕਰੀਮ ਬਖਸ਼ੀ ਉਸ ਪਾਸੇ ਨੂੰ ਆਪਣੇ ਘੋੜਿਆਂ ਨੂੰ ਦੌੜਾਉਣਾ ਕੀਤਾ। ਕੁਛਕ ਸੁਭਟ ਲੈ ਸੰਗ ਸਿਧਾਰੇ,
ਮਿਲੇ ਕਰੀਮ ਬਖਸ਼ ਬਨ ਪਿਆਰੇ। ਤੇ ਕਹਿੰਦੇ ਕੁਛ ਕੁ ਜਿਹੜੇ ਸੂਰਮੇ ਸਨ, ਇਹਨਾਂ ਨੇ ਕਰਮ ਚੰਦ ਤੇ ਰਤਨ ਚੰਦ ਨੇ ਆਪਣੇ ਨਾਲ ਲਏ। ਜਿੱਥੇ ਕਰੀਮ ਬਖਸ਼ ਸੀ, ਕਰੀਮ ਬਖਸ਼ ਨੂੰ ਜਾ ਕੇ ਮਿਲੇ ਤੇ ਕਰੀਮ ਬਖਸ਼ ਦੇ ਨਾਲ ਜਾ ਕੇ ਬੜੇ ਪਿਆਰ ਦੇ ਵਿੱਚ ਇਹਨਾਂ ਨੇ ਗੱਲਾਂ ਕਰਨੀਆਂ ਕੀਤੀਆਂ। ਬਾਦਤ ਬਾਜਨ ਲਗੇ ਜੁਝਾਉ, ਗਮਨੇ ਅਗਰ ਟੋਲ ਸਮੁਦਾਉ। ਤੇ ਫਿਰ ਉਸ ਵੇਲੇ ਜੁਝਾਊ ਬਾਜੇ ਜਿਹੜੇ ਸਨ ਉਹ ਵੱਜਣੇ ਸ਼ੁਰੂ ਹੋ ਗਏ ਤੇ ਦੋਨਾਂ ਪਾਸਿਆਂ ਦੀਆਂ ਫੌਜਾਂ ਨੇ ਉਸ ਵੇਲੇ ਟੋਲੇ ਬੰਨੇ ਤੇ ਟੋਲੇ ਬੰਨ ਕੇ ਇਹਨਾਂ ਨੇ ਲੜਾਈ ਜਿਹੜੀ ਉਹ ਸ਼ੁਰੂ ਕਰਨੀ ਕੀਤੀ। ਜਬੈ ਤੁਰਕ ਧੌਂਸੇ ਤੁਮ ਘਾਰੇ, ਹੈ ਖੁਦਾਏ ਫੇਰੇ ਅਗਵਾਰੇ। ਤੇ ਕਹਿੰਦੇ ਜਿਸ ਵੇਲੇ ਜਿਹੜੇ ਤੁਰਕ ਸਨ, ਇਹਨਾਂ ਨੇ ਨਗਾਰਿਆਂ ਦੇ ਉੱਤੇ ਚੋਭਾਂ ਲਵਾਈਆਂ ਤੇ ਆਪਣੇ ਘੋੜਿਆਂ ਨੂੰ ਅੱਗੇ ਕਰਨਾ ਕੀਤਾ। ਵਿਧੀ ਚੰਦ ਤੇ ਸਨਮੁਖ ਹੋਵਾ, ਸ਼ਸਤਰ ਸੰਭਾਰਤ ਆਗੇ ਜੋਵਾ। ਤੇ ਭਾਈ ਵਿਧੀ ਚੰਦ ਉਸ ਵੇਲੇ ਫਿਰ ਇਹਨਾਂ ਦੇ ਸਨਮੁਖ, ਇਹਨਾਂ ਦੇ ਸਾਹਮਣੇ ਹੋਇਆ। ਭਾਈ ਵਿਧੀ ਚੰਦ ਨੇ ਉਸ ਵੇਲੇ ਆਪਣੇ ਜਿਹੜੇ ਸ਼ਸਤਰ ਸਨ ਉਹਨਾਂ ਨੂੰ ਸੰਭਾਲਿਆ ਤੇ ਇਹਨਾਂ ਦੇ ਨਾਲ ਲੜਨ ਵਾਸਤੇ ਭਾਈ ਵਿਧੀ ਚੰਦ ਜੀ ਪਹੁੰਚ ਜਾਂਦੇ ਨੇ। ਛੁੱਟਣ ਲੱਗੀ ਤੁਫੰਗੇ ਬ੍ਰਿੰਦ, ਤੜ ਪੜ ਉਠਿਓ ਸ਼ਬਦ ਬਿਲੰਦ। ਉਸ ਵੇਲੇ ਫਿਰ ਬੰਦੂਕਾਂ ਚੱਲਣ ਲੱਗੀਆਂ ਤੇ ਕਹਿੰਦੇ ਤੜ ਪੜ ਦੀ ਤਾੜ ਦੀ ਚਾਰੇ ਪਾਸਿਓਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਤੁਮਲ ਜੁਦ ਤਬ ਮਚਿਓ ਕਨੇਰਾ, ਦੋਇ ਦਿਸ਼ ਹੇਲਾ ਕੀਨ ਬਡੇਰਾ। ਤੇ ਦੋਨਾਂ ਦਿਸ਼ਾਵਾਂ ਤੋਂ ਸੂਰਮਿਆਂ ਨੇ ਹੱਲਾ ਜਿਹੜਾ ਸੀ ਬੜਾ ਭਿਆਨਕ ਕੀਤਾ ਤੇ ਬੜਾ ਭਿਆਨਕ ਜੰਗ ਜਿਹੜਾ ਸੀ ਉਸ ਵੇਲੇ ਫਿਰ ਸ਼ੁਰੂ ਹੋ ਗਿਆ। ਦੋਹਰਾ ਲਗ ਸੁਤ ਤਬੈ ਨਵਾਬ ਕੋ, ਕਰ ਸ਼ਿਤਾਬ ਉਮਡੰਤ। ਤੇ ਕਹਿੰਦੇ ਜਿਹੜਾ ਇਹ ਛੋਟਾ ਪੁੱਤਰ ਸੀ ਨਾ ਨਵਾਬ ਦਾ, ਅਬਦੁੱਲ ਖਾਨ ਦਾ, ਕਰੀਮ ਬਖਸ਼ ਜੀ ਦਾ ਨਾਮ ਸੀ। ਕਹਿੰਦੇ ਬੜੇ ਚਾਅ ਦੇ ਨਾਲ ਇਹਨੂੰ ਇਸ ਤਰ੍ਹਾਂ ਸੀ ਕਿ ਜੰਗ ਮੇਰੇ ਵਰਗਾ ਕਿਸੇ ਨੂੰ ਕਰਨਾ ਨਹੀਂ ਆਉਂਦਾ। ਇਹਨੇ ਇਹ ਸੁਣਿਆ ਸੀ ਕਿ ਸਤਿਗੁਰੂ ਜੀ ਦੇ ਕੋਲ ਉਹ ਲੋਕ ਨੇ ਜਿਨ੍ਹਾਂ ਨੂੰ ਸ਼ਸਤਰ ਪਕੜਨੇ ਨਹੀਂ ਆਉਂਦੇ, ਉਹ ਗਵਾਰ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਸਤਰ ਕਿਵੇਂ ਚਲਾਈਦੇ ਨੇ, ਘੋੜੇ ਦੀ ਅਸਵਾਰੀ ਕਿਵੇਂ ਕਰੀਦੀ ਹੈ। ਇਸ ਕਾਰਨ ਕਰਕੇ ਕਰੀਮ ਬਖਸ਼ ਬੜੇ ਚਾਅ ਦੇ ਨਾਲ ਅੱਗੇ ਵੱਧ ਕੇ ਜੰਗ ਲੜਨ ਲੱਗਿਆ। ਜਿਉਂ ਜਿਉਂ ਆਗੇ ਹੋਤ ਹੈ, ਤਿਉਂ ਤਿਉਂ ਜੰਗ ਮਚੰਤ। ਤੇ ਜਿਵੇਂ ਜਿਵੇਂ ਕਰੀਮ ਬਖਸ਼ ਜਿਹੜਾ ਅੱਗੇ ਹੁੰਦਾ ਤਿਵੇਂ ਤਿਵੇਂ ਇਹ ਜੰਗ ਵੱਧਦਾ ਜਾਂਦਾ, ਤਿਵੇਂ ਤਿਵੇਂ ਜੰਗ ਜਿਹੜਾ ਉਹ ਮੱਚੀ ਜਾਂਦਾ। ਪਾਧੜੀ ਛੰਦ ਕਰ ਹਲਾ ਹੁਲ ਬਹੁ ਜ਼ੋਰ ਸ਼ੋਰ, ਵੱਡ ਪਰਿਓ ਰੋਰ ਚੌ ਔਰ ਕੋਰ। ਤੇ ਚਾਰੇ ਦਿਸ਼ਾਵਾਂ ਤੇ ਰੌਲਾ ਪੈ ਗਿਆ ਤੇ ਚਾਰ ਦਿਸ਼ਾਵਾਂ ਤੋਂ ਫਿਰ ਉਸ ਵੇਲੇ ਇਹਨੇ ਕਰੀਮ ਬਖਸ਼ ਨੇ ਹੱਲਾ ਕਰਨਾ ਕੀਤਾ। ਪਰਮੰਤ ਗ੍ਰਿਧ ਮੁਖ ਮਾਸ ਤਾਰ, ਗਨ ਭਏ ਕਾਕ ਕੂਕਤ ਪੁਕਾਰ। ਉਸ ਵੇਲੇ ਕਾਂ ਜਿਹੜੇ ਨੇ ਉਹ ਕੂਕਦੇ ਨਜ਼ਰ ਆਉਂਦੇ ਨੇ ਤੇ ਗਿਰਜਾਂ ਤੇ ਇੱਲਾਂ ਜਿਹੜੀਆਂ ਆਕਾਸ਼ ਦੇ ਵਿੱਚ ਭਰਮਦੀਆਂ ਨਜ਼ਰ ਆਉਂਦੀਆਂ ਨੇ। ਗਨ ਤੁਰਕਨ ਕੇ ਹੋਏ ਓਜ ਮੰਦ, ਸ਼ਲਖੈ ਪ੍ਰਚੰਡ ਛੂਟੈ ਤੁਫੰਗ। ਤੇ ਉਸ ਵੇਲੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ। ਜਿਹੜੇ ਤੁਰਕ ਸਨ ਇਹਨਾਂ ਦੇ ਹੌਸਲੇ ਢਹਿ ਗਏ, ਕਿਉਂ ਇਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਜੇ ਸਤਿਗੁਰੂ ਜੀ ਨੇ ਸਾਡੇ 5 ਜਿਹੜੇ ਫੌਜ ਦੇ ਮੁਖੀ ਸਨ, ਜਥੇਦਾਰ ਸਨ, ਉਹਨਾਂ ਨੂੰ ਨਹੀਂ ਛੱਡਿਆ, ਉਹ ਜੰਗ ਦੇ ਵਿੱਚ ਮਾਰੇ ਗਏ ਨੇ ਤੇ 7000 ਤਕਰੀਬਨ ਫੌਜਾਂ ਵੀ ਜੰਗ ਦੇ ਵਿੱਚ ਮਾਰੀਆਂ ਗਈਆਂ ਨੇ। ਇਹਨਾਂ ਨੂੰ ਸਮਝ ਪੈ ਗਈ ਕਿ ਅਸੀਂ ਬਚ ਨਹੀਂ ਸਕਦੇ, ਸਾਡਾ ਬਚਣਾ ਬੜਾ ਮੁਸ਼ਕਲ ਹੈ। ਇਸ ਕਾਰਨ ਕਰਕੇ ਇਹਨਾਂ ਦੇ ਹੌਸਲੇ ਜਿਹੜੇ ਨੇ ਢਹਿ ਜਾਂਦੇ ਨੇ। ਕਿਨਹੋਂ ਬਰੂਦ ਵਿੱਚ ਤੁਪਕ ਡਾਲ, ਬੋ ਠੋਕ ਠੋਕ ਗੱਜ ਕੋ ਨਿਕਾਲ। ਤੇ ਕਹਿੰਦੇ ਕਿਸੇ ਨੇ ਬੰਦੂਕ ਦੇ ਵਿੱਚ ਬਰੂਦ ਪਾਇਆ, ਉਹਨੂੰ ਗੱਜ ਦੇ ਨਾਲ ਠੋਕਣਾ ਕੀਤਾ। ਗੁਲਕਾਨ ਡਾਲਾ ਛੇ ਟਿਕਾਏ, ਪੁਨ ਭਰਤ ਪਲੀਤਾ ਦੇ ਮਿਲਾਏ। ਤੇ ਜਦੋਂ ਗੋਲੀਆਂ ਪਾ ਦਿੰਦੇ ਨੇ ਬੰਦੂਕ ਦੇ ਵਿੱਚ, ਪਲੀਤਾ ਧੁਖਦਾ ਤੇ ਉਸ ਵੇਲੇ ਫਿਰ ਇਹ ਜੜੀਆਂ ਨੇ ਬੰਦੂਕਾਂ ਦੀਆਂ ਗੋਲੀਆਂ ਚਲਾ ਦਿੰਦੇ ਨੇ। ਤੋਰਾ ਉਭਾਰ ਤੋਤੇ ਜੜੰਤ, ਤਰ ਸ਼ਿਸ਼ਤ ਤਾਕ ਕਰਤੇ ਦਬੰਤ। ਤੇ ਸੂਰਮੇ ਕੀ ਕਰਦੇ ਨੇ? ਸ਼ਿਸ਼ਤ ਕਹਿੰਦੇ ਨਿਸ਼ਾਨੇ ਨੂੰ ਨਿਸ਼ਾਨਾ ਲਾਉਂਦੇ ਨੇ
ਤੇ ਉਸ ਵੇਲੇ ਬੰਦੂਕਾਂ ਦੇ ਘੋੜੇ ਦਬਾ ਦਿੰਦੇ ਨੇ, ਇਸ ਤਰ੍ਹਾਂ ਨਿਸ਼ਾਨਾ ਬੰਨਣਾ ਕਰਦੇ ਨੇ। ਬਾ ਕਰਤ ਸ਼ਿ ਘਰ ਏ ਸਕਲ ਕਾਰ, ਛੂਟੈ ਤੁਫੰਗ ਰਣ ਬੇਸ਼ੁਮਾਰ। ਤੇ ਮੈਦਾਨ ਦੇ ਵਿੱਚ ਬੇਸ਼ੁਮਾਰ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ। ਸੂਰਮੇ ਬੰਦੂਕਾਂ ਦੀਆਂ ਗੋਲੀਆਂ ਚਲਾਉਣ ਦੇ ਲਈ ਬੜੀ ਸ਼ੀਘਰਤਾ ਉਸ ਵੇਲੇ ਬੜੀ ਕਾਹਲੀ ਕਰਨੀ ਕਰਦੇ ਨੇ। ਇਮ ਮਰਤ ਮਾਰਤੇ ਨੇਰ ਕੀਨ, ਤੀਰਨ ਪ੍ਰਹਾਰ ਕਰ ਘਾਏ ਦੀਨ। ਤੇ ਉਸ ਵੇਲੇ ਇਸ ਤਰ੍ਹਾਂ ਸੂਰਮੇ ਮਰਦੇ ਨੇ ਤੇ ਮਾਰਦੇ ਨੇ। ਕੋਈ ਤੀਰ ਚਲਾਉਂਦਾ ਹੈ, ਕੋਈ ਬੰਦੂਕ ਦੀ ਗੋਲੀ ਚਲਾਉਣੀ ਕਰਦਾ ਹੈ। ਚੜੰਤ ਚਾਂਪ ਛੁਟਕੰਤ ਬਾਨ, ਪਟਕੋ ਨਿਖੰਗ ਤੇ ਕਾਢ ਤਾਨ। ਤੇ ਕੀ ਕਰਦੇ ਨੇ, ਪੱਥੇ ਦੇ ਵਿੱਚੋਂ ਸੂਰਮੇ ਤੀਰ ਕੱਢਦੇ ਨੇ, ਕਮਾਨ ਦੀ ਤੰਦੀ ਤੇ ਜੋੜ ਲੈਂਦੇ ਨੇ ਤੇ ਤੰਦੀ ਨੂੰ ਉਸ ਵੇਲੇ ਕੰਨ ਤੱਕ ਖਿੱਚ ਕੇ ਤੇ ਫਿਰ ਤੀਰ ਛੱਡਣਾ ਕਰਦੇ ਨੇ। ਜੇ ਹਨ ਆਰੋਪ ਤੱਕ ਸ਼ਤਰ ਗਾਤ, ਬਲ ਤੇ ਛੁਟੰਤ ਕਰ ਦੇਤ ਘਾਤ। ਤੇ ਕਹਿੰਦੇ ਆਪਣੇ ਸਾਹਮਣੇ ਦੁਸ਼ਮਣ ਨੂੰ ਵੇਖ ਕੇ ਨਾ ਬੜਾ ਕ੍ਰੋਧ ਆ ਜਾਂਦਾ ਹੈ। ਫਿਰ ਸੂਰਮੇ ਬੜੇ ਬਲ ਦੇ ਨਾਲ, ਬੜੀ ਤਾਕਤ ਦੇ ਨਾਲ ਉਸ ਵੇਲੇ ਤੀਰ ਜਿਹੜੇ ਨੇ ਉਹਨਾਂ ਨੂੰ ਤੰਦੀ ਤੇ ਜੋੜਦੇ ਨੇ ਤੇ ਕੰਨ ਤੱਕ ਖਿੱਚ ਕੇ ਫਿਰ ਚਲਾਉਣਾ ਕਰਦੇ ਨੇ। ਬਹੁਤ ਮਲ ਜੁਦ ਮਾਚਿਓ ਕਰਾਲ, ਮਿਲ ਗਏ ਪਰੀ ਬੋਹਾਲ ਚਾਲ। ਤੇ ਫਿਰ ਕਹਿੰਦੇ ਉਸ ਵੇਲੇ ਬੜਾ ਭਿਆਨਕ ਯੁੱਧ ਜਿਹੜਾ ਸ਼ੁਰੂ ਹੋਇਆ। ਦੋਨਾਂ ਪਾਸਿਆਂ ਦੇ ਸੂਰਮੇ ਆਪਸ ਦੇ ਵਿੱਚ ਮਿਲ ਗਏ, ਹੱਥੋਂ ਹੱਥੀ ਸੂਰਮੇ ਹੋ ਜਾਂਦੇ ਨੇ। ਤੋਮਰ ਪਰਮਾਏ ਮਾਰੰਤ ਫੇਰ, ਤਨ ਲੱਗੈ ਸ਼ਤਰ ਦੇ ਭੂਮ ਗੇਰ। ਤੇ ਉਸ ਵੇਲੇ ਬਰਸ਼ੀਆਂ ਜਿਹੜੀਆਂ ਨੇ ਸੂਰਮੇ ਭਰਮਾਉਂਦੇ ਨੇ ਤੇ ਬਰਛੀ ਦੇ ਨਾਲ ਦੁਸ਼ਮਣ ਦਾ ਸਰੀਰ ਵਿੰਨ ਦਿੰਦੇ ਨੇ। ਕੋਈ ਘੋੜੇ ਤੋਂ ਡਿੱਗਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਉਸ ਵੇਲੇ ਬਰਛੀ ਦੇ ਨਾਲ ਕੋਈ ਤਲਵਾਰ ਦੇ ਨਾਲ ਜੰਗ ਲੜਨਾ ਕਰਦਾ ਹੈ। ਬਾਹਰੋਂ ਨਿਕਾਸ ਤੱਕ ਔਰ ਮਾਰ, ਤਲਵਾਰ ਝਾਰ ਦੇ ਕਾਰ ਡਾਰ। ਤੇ ਕਹਿੰਦੇ ਕੋਈ ਤਲਵਾਰ ਚਲਾ ਕੇ ਜਿਹੜੇ ਸੂਰਮੇ ਨੇ ਉਹਨਾਂ ਦਾ ਧੜ ਦੇ ਨਾਲੋਂ ਸਿਰ ਅਲੱਗ ਕਰ ਦਿੰਦੇ ਨੇ। ਸੂਰਮੇ ਇੱਕ ਨੂੰ ਬਰਛੀ ਮਾਰਦੇ ਨੇ ਤੇ ਦੂਸਰੇ ਨੂੰ ਫਿਰ ਮਾਰਦੇ ਨੇ। ਇਸ ਤਰ੍ਹਾਂ ਸੂਰਮੇ ਜਿਹੜੇ ਨੇ ਬੜੇ ਕ੍ਰੋਧ ਦੇ ਵਿੱਚ, ਬੜੇ ਗੁੱਸੇ ਦੇ ਵਿੱਚ ਆ ਕੇ ਲੜਦੇ ਨੇ। ਸਤਿਗੁਰੂ ਜੀ ਦੇ ਸਿੱਖ ਚਾਹੁੰਦੇ ਨੇ ਜੰਗ ਦੇ ਵਿੱਚ ਜਿੱਤ ਸਾਨੂੰ ਪ੍ਰਾਪਤ ਹੋ ਜਾਵੇ, ਤੁਰਕ ਚਾਹੁੰਦੇ ਨੇ ਕਿ ਜਿੱਤ ਸਾਨੂੰ ਪ੍ਰਾਪਤ ਹੋ ਜਾਵੇ। ਬਰਛੀ ਨ ਤੀਛਨਾ ਓਜ ਸੰਗ, ਮਾਰੈ ਤਸਾਏ ਰਿਪ ਫੋਰ ਅੰਗ। ਤੇ ਜਿਹੜੀ ਬਰਛੀਆਂ ਨੇ ਬੜੀਆਂ ਤਿੱਖੀਆਂ ਨੇ, ਜਿਸ ਵੇਲੇ ਉਹਨੂੰ ਭਰਮਾ ਕੇ ਮਾਰਦੇ ਨੇ ਤੇ ਸਰੀਰ ਦੇ ਅੰਗ ਜਿਹੜੇ ਉਹ ਵਿੰਨ ਕੇ ਲੈ ਜਾਂਦੀਆਂ। ਘਰ ਸੇਲ ਮੇਲ ਪੀਰੇਲ ਪੇਲ, ਛਿਨ ਬਿਖੈ ਛੈਲ ਗਿਰ ਪਰਤ ਚੇਲ। ਤੇ ਕਹਿੰਦੇ ਫਿਰ ਉਸ ਵੇਲੇ ਜਿਹੜੇ ਬੜੇ ਬਹਾਦਰ ਸੂਰਮੇ ਸਨ, ਜਿਹੜੇ ਆਪਣੀ ਬਹਾਦਰੀ ਦੇ ਗੀਤ ਗਾਉਂਦੇ ਸਨ ਕਿ ਮੇਰੇ ਵਰਗਾ ਬਹਾਦਰ ਕੋਈ ਨਹੀਂ, ਕਹਿੰਦੇ ਉਹ ਸੂਰਮੇ ਜਿਹੜੇ ਬਹਾਦਰ ਸਨ ਉਹ ਜੰਗ ਦੇ ਵਿੱਚ, ਮੈਦਾਨ ਦੇ ਵਿੱਚ ਡਿੱਗਦੇ ਨਜ਼ਰ ਆਏ ਤੇ ਉਹਨਾਂ ਦੀਆਂ ਮੌਤਾਂ ਹੋਈਆਂ। ਲਗ ਸ਼ਸਤਰ ਚੋਟ ਹੋਏ ਲੋਟ ਪੋਟ, ਕੋ ਧਰਤ ਢਾਲ ਲੈ ਸਮੁਖ ਓਟ। ਤੇ ਕਹਿੰਦੇ ਕੋਈ ਢਾਲ ਲੈ ਕੇ ਨਾ ਤੇ ਸੂਰਮਿਆਂ ਦੇ ਸਨਮੁਖ ਹੁੰਦਾ ਲੜਨ ਵਾਸਤੇ। ਕੋਈ ਧਰਤੀ ਤੇ ਡਿੱਗ ਕੇ ਪੋਟਲੀਆਂ ਖਾਂਦਾ ਹੈ, ਇੱਧਰ ਜਾਂਦਾ ਹੈ ਉੱਧਰ ਜਾਂਦਾ ਹੈ। ਜਿਹਨੂੰ ਵਾਰ ਲੱਗੇ ਨੇ, ਜਿਹਦੇ ਸਰੀਰ ਤੇ ਜ਼ਖਮ ਲੱਗੇ ਨੇ, ਉਹ ਦਰਦ ਦੇ ਨਾਲ ਇੱਧਰ ਉੱਧਰ ਉਸ ਵੇਲੇ ਲਿਟਣਾ ਕਰਦਾ ਹੈ। ਜਮ ਧਰ ਨਿਕਾਰ ਕਿਨ ਉਦਰ ਮਾਰ, ਤਲਵਾਰ ਚਲਤ ਰਣ ਬਾਰ ਬਾਰ। ਤੇ ਕੋਈ ਜਮਦਰ ਜਿਹੜਾ ਛੋਟਾ ਸ਼ਸਤਰ ਹੈ ਉਹਦੇ ਨਾਲ ਵਾਰ ਕਰਦੇ ਨੇ ਤੇ ਬਾਰ-ਬਾਰ ਸੂਰਮੇ ਜਿਹੜੇ ਨੇ ਤਲਵਾਰਾਂ ਦੇ ਨਾਲ ਜੰਗ ਲੜਨਾ ਕਰਦੇ ਨੇ। ਲੋਹੂ ਸ਼ਨਾਨ ਤੇ ਲਾਲ ਜਾਲ, ਠਹਿਰੰਤ ਹੱਥ ਮੈਂ ਚਾਲ ਚਾਲ। ਤੇ ਸੂਰਮੇ ਜਿਹੜੇ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਪਕੜ ਕੇ ਇੱਧਰ ਉੱਧਰ ਜਾਂਦੇ ਨੇ ਤੇ ਖੂਨ ਦੇ ਨਾਲ ਇਹਨਾਂ ਦੇ ਸਰੀਰ ਲਾਲ ਬੱਗੇ ਹੋ ਗਏ, ਲੱਥ-ਪੱਥ ਇਹਨਾਂ ਦੇ ਸਰੀਰ ਖੂਨ ਦੇ ਨਾਲ ਹੋ ਜਾਂਦੇ ਨੇ। ਕੇਤਕ ਪ੍ਰਹਾਰ ਤੇ ਖੜਗ ਟੂਟ, ਰਹਿ ਮੁਸ਼ਟ ਹੱਥ ਮਿਲ ਮੁਸ਼ਟ ਕੂਟ। ਤੇ ਕਈ ਸੂਰਮੇ ਜਿਸ ਵੇਲੇ ਤਲਵਾਰਾਂ ਚਲਾਉਂਦੇ ਨੇ, ਕਹਿੰਦੇ ਤਲਵਾਰਾਂ ਚਲਾਉਂਦਿਆਂ ਤਲਵਾਰਾਂ ਦੇ ਮੁੱਠੇ ਟੁੱਟ ਜਾਂਦੇ ਨੇ ਤੇ ਫਿਰ ਉਹ ਮੁੱਠੇ ਦੇ ਨਾਲ ਹੀ ਵਾਰ ਕਰਨਾ ਕਰਦੇ ਨੇ। ਜੀਏ ਬੇ ਨਿਰਾਸ ਹੋਏ ਲਰਤ ਬੀਰ, ਭਾਗੇ ਪਗੈਲ ਪੈ ਪੂਰ ਪੀਰ। ਤੇ ਸੂਰਮੇ ਲੜਦੇ ਲੜਦੇ ਉਸ ਵੇਲੇ ਨਿਰਾਸ਼ ਹੋ ਜਾਂਦੇ ਨੇ।
ਜਿਹੜੇ ਡਰਪੋਕ ਸਨ ਉਸ ਵੇਲੇ ਮੈਦਾਨ ਦੇ ਵਿੱਚੋਂ ਦੌੜਦੇ ਨਜ਼ਰ ਆਏ। ਜਦੋਂ ਸੂਰਮਿਆਂ ਦੀਆਂ ਮੌਤਾਂ ਹੁੰਦੀਆਂ ਵੇਖਦੇ ਨੇ, ਸ਼ਹੀਦ ਹੁੰਦੇ ਵੇਖਦੇ ਨੇ ਨਾ, ਜਿਨ੍ਹਾਂ ਦੇ ਮਨ ਜਿਹੜੇ ਨੇ ਹੌਲੇ ਨੇ, ਜਿਹੜੇ ਡਰਪੋਕ ਨੇ, ਉਹ ਮੈਦਾਨ ਦੇ ਵਿੱਚੋਂ ਦੌੜ ਜਾਂਦੇ ਨੇ। ਨੰਦਨ ਨਵਾਬ ਕੇ ਨੇਰਕੀਨ ਜਿਨ ਸਾਥ ਵੀਰ ਲੈ ਬੀਨ ਬੀਨ। ਤੇ ਜਿਹੜਾ ਇਹ ਨਵਾਬ ਦਾ ਪੁੱਤਰ ਸੀ ਕਰੀਮ ਬਖਸ਼, ਇਹਨੇ ਉਸ ਵੇਲੇ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਸੂਰਮਿਆਂ ਦੇ ਨੇੜੇ ਕਰਨਾ ਕੀਤਾ। ਜਿਹੜੇ ਚੁਣ ਕੇ ਬਹਾਦਰ ਸੂਰਮਿਆਂ ਨੂੰ ਅੱਗੇ ਲੈ ਕੇ ਆਇਆ ਸੀ, ਜਿਹੜਾ ਇਹ ਗੱਲ ਆਖਦਾ ਸੀ ਕਿ ਜਿਨ੍ਹਾਂ ਨੂੰ ਆਪਣੇ ਮਾਤਾ ਪਿਤਾ ਧੀਆਂ ਪੁੱਤਰ ਪਿਆਰੇ ਨਹੀਂ, ਉਹ ਅੱਗੇ ਮੇਰੇ ਨਾਲ ਆ ਕੇ ਜੰਗ ਲੜਨਾ ਕਰੋ, ਮੇਰਾ ਸਾਥ ਦੇਣਾ ਕਰੋ। ਜਿਨ੍ਹਾਂ ਨੂੰ ਆਪਣਾ ਪਰਿਵਾਰ ਪਿਆਰ ਹੈ, ਜਿਹਨੂੰ ਧੀਆਂ ਪੁੱਤਰ ਤੇ ਆਪਣੇ ਮਾਤਾ ਪਿਤਾ ਪਿਆਰੇ ਨੇ, ਉਹ ਜੰਗ ਦੇ ਵਿੱਚੋਂ ਬੇਸ਼ੱਕ ਚਲੇ ਜਾਵੋ। ਇਸ ਤਰ੍ਹਾਂ ਇਹ ਸੂਰਮਿਆਂ ਨੂੰ ਬੀਨ ਕੇ ਇਕੱਠੇ ਕਰਕੇ ਕਰੀਮ ਬਖਸ਼ ਜਿਹੜਾ ਸੀ ਉਹ ਲੜਨ ਵਾਸਤੇ ਆਇਆ ਸੀ। ਉੱਚੇ ਪੁਕਾਰ ਸਭ ਸੋ ਕਹੰਤ ਮਿਲ ਜਾਓ ਹੇਲ ਕਰ ਸ਼ਤਰ ਹੰਤ। ਤੇ ਕਰੀਮ ਬਖਸ਼ ਫਿਰ ਉੱਚੀ ਉੱਚੀ ਪੁਕਾਰਦਾ ਹੈ। ਉੱਚੀ ਪੁਕਾਰ ਕੇ ਇਹ ਗੱਲ ਕਹਿਣ ਲੱਗਿਆ ਕਿ ਸਾਰੇ ਇਕੱਠੇ ਹੋ ਜਾਵੋ ਤੇ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਸਿੱਖਾਂ ਦੇ ਉੱਤੇ ਹਮਲਾ ਕਰਨਾ ਕਰੋ। ਇਹ ਸਿੱਖ ਲਪ ਤੁਮਰੇ ਆਗਾਰ ਕਰ ਕਤਲ ਸਬਨ ਦਿਓ ਮਾਰ ਡਾਰ। ਤੇ ਕਹਿਣ ਲੱਗੇ ਕਿ ਸਿੱਖ ਥੋੜੇ ਜਿਹੇ ਨੇ, ਵੇਖੋ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ, ਇਹ ਅਲਪ ਨੇ, ਥੋੜੇ ਨੇ, ਤੇ ਥੋੜੇ ਸਮੇਂ ਦੇ ਵਿੱਚ ਮਾਰੇ ਜਾਣਗੇ। ਇਹਨਾਂ ਨੂੰ ਮਾਰ ਦੇਵੋ, ਖਤਮ ਕਰ ਦੇਵੋ ਤੇ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰਨੀ ਕਰੋ। ਗੁਰ ਹਰ ਗੋਬਿੰਦ ਕੋ ਘੇਰ ਲਿਓ ਮਿਲ ਕੈ ਸਮੂਹ ਨ ਜਾਣ ਦੇਹੋ। ਤੇ ਕਹਿਣ ਲੱਗੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਘੇਰਨਾ ਕਰੋ। ਤੇ ਹੁਣ ਸਤਿਗੁਰੂ ਜੀ ਨੂੰ ਜਿਉਂਦੇ ਨਾ ਜਾਣ ਦੇਵੋ, ਇੱਥੋਂ ਸਤਿਗੁਰੂ ਜੀ ਨੂੰ ਪਕੜ ਲਵੋ। ਰਣ ਕਰਤ ਜੀਅਤ ਕੋ ਗਹੋ ਧਾਏ ਨਤ ਦਿਓ ਮਾਰ ਨ ਭਾਜ ਜਾਏ। ਤੇ ਕਹਿਣ ਲੱਗੇ ਕਿ ਜੰਗ ਲੜਦਿਆਂ ਜੇ ਤੇ ਕੋਈ ਵੱਲ ਛਲ ਕਰਕੇ ਸਤਿਗੁਰੂ ਜੀ ਪਕੜੇ ਜਾਂਦੇ ਨੇ ਤੇ ਪਕੜ ਲਵੋ। ਕਿਤੇ ਇਹ ਨਾ ਹੋਵੇ ਕਿ ਮੈਦਾਨ ਛੱਡ ਕੇ ਦੌੜ ਜਾਣ ਤੇ ਫਿਰ ਇਹਨਾਂ ਨੂੰ ਪਕੜਨਾ ਮੁਸ਼ਕਲ ਹੋ ਜਾਵੇਗਾ। ਜੇ ਨਹੀਂ ਪਕੜੇ ਜਾਂਦੇ ਤੇ ਇਹਨਾਂ ਨੂੰ ਖਤਮ ਕਰ ਦੇਵੋ, ਇਹਨਾਂ ਨੂੰ ਮਾਰ ਦੇਵੋ। ਰਣ ਫਤਿਹ ਹੋਏ ਤੁਮਰੀ ਵਿਸਾਲ ਪੁਨ ਦਰਬ ਜਗੀਰਨ ਲਿਓ ਜਾਲ। ਤੇ ਅਬਦੁੱਲ ਖਾਨ ਦਾ ਪੁੱਤਰ ਜਿਹੜਾ ਸੀ ਨਾ ਕਰੀਮ ਬਖਸ਼, ਇਹਦੇ ਜਿਹੜੇ ਨਜ਼ਦੀਕੀ ਸਨ ਉਹਨਾਂ ਨੂੰ ਇਹ ਗੱਲ ਕਹਿਣ ਲੱਗਿਆ ਕਿ ਜਦੋਂ ਸਤਿਗੁਰੂ ਜੀ ਜੰਗ ਦੇ ਵਿੱਚ ਮਾਰੇ ਜਾਣਗੇ ਜਾਂ ਸਤਿਗੁਰੂ ਜੀ ਪਕੜੇ ਜਾਣਗੇ, ਜੰਗ ਦੇ ਵਿੱਚ ਜਿੱਤ ਤੁਹਾਨੂੰ ਪ੍ਰਾਪਤ ਹੋਵੇਗੀ। ਤੇ ਫਿਰ ਜਦੋਂ ਘਰ ਜਾਵੋਗੇ ਨਾ, ਤੁਹਾਨੂੰ ਬੜੇ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ। ਕਿਸੇ ਦੇ ਨਾਲ ਜੰਗੀਰ ਲਗਾ ਦਿੱਤੀ ਜਾਵੇਗੀ ਤੇ ਕਿਸੇ ਨੂੰ ਬਹੁਤ ਸਾਰਾ ਧਨ ਦਿੱਤਾ ਜਾਵੇਗਾ। ਘਰ ਕਰੋ ਖੁਸ਼ੀ ਪੀਵੋ ਸ਼ਰਾਬ ਮਿਲ ਸਬਨ ਵਿੱਚ ਪੱਖੋ ਕਬਾਬ। ਤੇ ਕਹਿਣ ਲੱਗਿਆ ਕਿ ਘਰ ਦੇ ਵਿੱਚ ਜਾ ਕੇ ਖੁਸ਼ੀਆਂ ਮਨਾਉਣੀਆਂ ਕਰੋ, ਸ਼ਰਾਬਾਂ ਪੀਣੀਆਂ ਕਰੋ ਤੇ ਕਬਾਬ ਆਦਿਕ ਜਿਹੜਾ ਉਹ ਜਾ ਕੇ ਖਾਣਾ ਕਰੋ। ਇਸ ਤਰ੍ਹਾਂ ਦੀਆਂ ਖੁਸ਼ੀਆਂ ਘਰ ਦੇ ਵਿੱਚ ਜਾ ਕੇ ਮਨਾਉਣੀਆਂ ਕਰੋ। ਜਦੋਂ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਤੇ ਤੁਹਾਨੂੰ ਜਿਸ ਵੇਲੇ ਬਖਸ਼ਿਸ਼ਾਂ ਪ੍ਰਾਪਤ ਹੋ ਗਈਆਂ, ਇਨਾਮ ਪ੍ਰਾਪਤ ਹੋ ਗਿਆ, ਤੇ ਘਰ ਦੇ ਵਿੱਚ ਜਾ ਕੇ ਖੁਸ਼ੀਆਂ ਮਨਾਉਣੀਆਂ ਕਰੋ। ਬਹੁਤ ਸਿਫਤ ਹੋਏ ਸਭ ਕੀ ਜਹਾਨ ਜੈ ਜਾਹੋ ਤਹਾਂ ਦੇ ਅਦਕ ਮਾਨ। ਤੇ ਕਹਿੰਦੇ ਸਾਰੇ ਜਹਾਨ ਦੇ ਵਿੱਚ ਤੁਹਾਡੀ ਸਿਫਤ ਹੋਵੇਗੀ, ਤੁਹਾਡਾ ਜਸ ਹੋਵੇਗਾ। ਜਿੱਥੇ ਵੀ ਚੱਲ ਕੇ ਜਾਵੋਗੇ ਉੱਥੇ ਤੁਹਾਨੂੰ ਮਾਨ ਪ੍ਰਾਪਤ ਹੋਵੇਗਾ, ਉੱਥੇ ਸਤਿਕਾਰ ਪ੍ਰਾਪਤ ਹੋਵੇਗਾ। ਸਾਰੇ ਤੁਹਾਨੂੰ ਸੂਰਮੇ ਸਮਝ ਕੇ ਸਤਿਕਾਰ ਦੇਣਗੇ। ਜਿੱਥੇ ਜਾਵੋਗੇ ਉੱਥੇ ਤੁਹਾਨੂੰ ਆਦਰ ਦੇਣਾ ਕਰਨਗੇ। ਇਮ ਕਹਤ ਦਿਲਾ ਸਾਧਕ ਕੀਨ ਲੈ ਸਬਨ ਸੰਗ ਆਇਓ ਪਰਬੀਨ। ਤੇ ਕਰੀਮ ਬਖਸ਼ ਨੇ ਇਸ ਤਰ੍ਹਾਂ ਕਹਿ ਕੇ ਸਭ ਨੂੰ ਦਿਲਾਸਾ ਦਿੱਤਾ ਤੇ ਸਾਰਿਆਂ ਨੂੰ ਦਿਲਾਸਾ ਦੇ ਕੇ ਕਰੀਮ ਬਖਸ਼ ਆਪਣੇ ਸੰਗੀਆਂ ਨੂੰ ਨਾਲ ਲੈ ਕੇ, ਸਾਥੀਆਂ ਨੂੰ ਨਾਲ ਲੈ ਕੇ ਅੱਗੇ ਵਧਦਾ ਹੈ। ਜਬ ਵਧਿਓ ਅਗਰ ਕੋਰਾ ਕੁਦਾਏ ਤਬ ਵਿਧੀ ਚੰਦ ਸਤਗੁਰ ਮਨਾਏ। ਤੇ ਕਹਿੰਦੇ ਜਦੋਂ ਘੋੜਾ ਲੈ ਕੇ ਘੋੜੇ ਨੂੰ ਦੌੜਾਉਂਦਾ ਹੋਇਆ ਕਰੀਮ ਬਖਸ਼ ਅੱਗੇ ਵਧਿਆ ਤੇ ਭਾਈ ਵਿਧੀ ਚੰਦ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਨਾਇਆ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਾਈ ਵਿਧੀ ਚੰਦ ਨੇ ਅਰਦਾਸ ਕਰਨੀ ਕੀਤੀ। ਕਰ ਤਨੁਖ ਧਾਰ ਤੀਰਨ ਪ੍ਰਹਾਰ ਜੋ ਵਧੈ ਅਗਰ ਤਿਸ ਦੇ ਤਮਾਰ। ਤੇ ਭਾਈ ਵਿਧੀ ਚੰਦ ਜੀ ਨੇ ਕੀ ਕੀਤਾ, ਧਨੁਖ ਆਪਣੇ ਹੱਥਾਂ ਦੇ ਵਿੱਚ ਪਕੜਿਆ, ਪੱਥੇ ਦੇ ਵਿੱਚੋਂ ਤੀਰ ਕੱਢਦੇ ਨੇ।
ਜਿਹੜਾ ਅੱਗੇ ਵੱਧਦਾ ਹੈ ਭਾਈ ਬਿਧੀ ਚੰਦ ਉਹਨੂੰ ਮਾਰ ਦਿੰਦੇ ਨੇ, ਧਰਤੀ ਤੇ ਡਿੱਗਣਾ ਕਰਦੇ ਨੇ। ਆਪਣੋ ਤੁਰੰਗ ਤੈ ਫੇਰ ਫੇਰ ਰਣ ਤੁਰਕ ਖਪਾਵਤ ਬੇਰ ਬੇਰ। ਤੇ ਭਾਈ ਬਿਧੀ ਚੰਦ ਜੀ ਆਪਣੇ ਘੋੜੇ ਨੂੰ ਫੇਰਦੇ ਨੇ ਇਧਰ ਉਧਰ, ਜਿੱਧਰ ਤੁਰਕਾਂ ਦਾ ਜ਼ੋਰ ਪੈਂਦਾ ਉਸ ਪਾਸੇ ਭਾਈ ਬਿਧੀ ਚੰਦ ਚਲੇ ਜਾਂਦੇ ਨੇ। ਉੱਥੇ ਜਾ ਕੇ ਤੀਰਾਂ ਦੀ ਮਾਰ ਮਾਰਦੇ ਨੇ, ਤੁਰਕਾਂ ਨੂੰ ਖਤਮ ਕਰ ਦਿੰਦੇ ਨੇ ਤੇ ਘੋੜਾ ਦੂਸਰੇ ਪਾਸੇ ਲੈ ਕੇ ਚਲੇ ਜਾਂਦੇ ਨੇ। ਤਬ ਕਰੀਮ ਬਖਸ਼ ਬਰਛੀ ਸੰਭਾਰ ਨਿਜ ਹੈ ਨਚਾਏ ਹਨ ਬਾਰ ਬਾਰ। ਤੇ ਕਹਿੰਦੇ ਉਸ ਵੇਲੇ ਕਰੀਮ ਬਖਸ਼ ਕੀ ਕਰਦਾ ਹੈ, ਇਹਨੇ ਆਪਣੀ ਬਰਛੀ ਆਪਣੇ ਹੱਥ ਦੇ ਵਿੱਚ ਸੰਭਾਲੀ ਤੇ ਬਾਰ-ਬਾਰ ਬਰਛੀ ਨੂੰ ਭਰਮਾਉਂਦਾ ਹੈ ਤੇ ਅੱਗੇ ਵਧਦਾ ਜਾਂਦਾ ਕਰੀਮ ਬਖਸ਼। ਜਿਸਕੇ ਸਹਾਇ ਖਤਰੀ ਸੁਦੁੰਦ ਇਕ ਰਤਨ ਚੰਦ ਅਰ ਕਰਮ ਚੰਦ। ਤੇ ਇਹ ਜਿਹੜਾ ਕਰੀਮ ਬਖਸ਼ੀ ਇਹਦੀ ਸਹਾਇਤਾ ਕਰਨ ਵਾਸਤੇ ਅਬਦੁੱਲ ਖਾਨ ਨੇ 2 ਜਾਣਿਆਂ ਨੂੰ ਭੇਜਿਆ ਸੀ, ਕਰੀਮ ਇਹਨੂੰ ਕਰਮ ਚੰਦ ਨੂੰ ਤੇ ਰਤਨ ਚੰਦ ਨੂੰ। ਕਿਰੜ ਭਗਵਾਨ ਦਾਸ ਦਾ ਪੁੱਤਰ ਤੇ ਚੰਦੂ ਦਾ ਪੁੱਤਰ, ਇਹ ਦੋਨੋਂ ਕਰੀਮ ਬਖਸ਼ ਦੀ ਮਦਦ ਵਾਸਤੇ ਇੱਕ ਸੱਜੇ ਤੇ ਇੱਕ ਖੱਬੇ ਪਾਸੇ ਖਲੋਤੇ ਨੇ। ਬਹੁ ਸੁਬਟ ਸੰਕਰ ਮਾਰ ਮਾਰ ਹੱਥ ਕੈ ਹਥਿਆਰ ਦੇ ਅਵਨ ਡਾਰ। ਤੇ ਕਹਿੰਦੇ ਇਹਨਾਂ ਨੇ ਕਰੀਮ ਬਖਸ਼ ਨੇ ਬਹੁਤ ਸਾਰੇ ਸਤਿਗੁਰੂ ਜੀ ਦੇ ਜਿਹੜੇ ਸੂਰਮੇ ਸਨ ਉਹਨਾਂ ਨੂੰ ਮਾਰਿਆ ਤੇ ਬਹੁਤ ਸਿੱਖਾਂ ਨੂੰ ਉਸ ਵੇਲੇ ਕਰੀਮ ਬਖਸ਼ ਨੇ ਧਰਤੀ ਤੇ ਡਿੱਗਣਾ ਕੀਤਾ। ਭੁਜੰਗ ਛੰਦ ਕਨੇ ਸਿੱਖ ਆਏ ਪਰੇ ਦੌਰ ਐਸੇ ਪਿੱਖੇ ਮਾਸ ਕੋ ਬਾਜ ਧਾਵੰਤ ਜੈਸੇ। ਤੇ ਕਹਿੰਦੇ ਫਿਰ ਉਸ ਵੇਲੇ ਕਨੇ ਸਿੱਖ ਬਹੁਤ ਸਾਰੇ ਸਿੱਖ ਇਕੱਠੇ ਚੱਲ ਕੇ ਆਏ ਤੇ ਕਹਿੰਦੇ ਤੁਰਕਾਂ ਦੇ ਉੱਤੇ ਇਸ ਤਰ੍ਹਾਂ ਟੁੱਟ ਕੇ ਪੈਂਦੇ ਨੇ, ਇਸ ਤਰ੍ਹਾਂ ਤੁਰਕਾਂ ਦੇ ਉੱਤੇ ਹਮਲਾ ਕਰਦੇ ਨੇ। ਕਹਿੰਦੇ ਜਿਵੇਂ ਬਾਜ ਜਿਹੜਾ ਨਾ ਉਹ ਜਦੋਂ ਵੇਖਦਾ ਨਾ ਕਿ ਮੇਰਾ ਸ਼ਿਕਾਰ ਹੈ ਸਾਹਮਣੇ ਤੇ ਉਹ ਟੁੱਟ ਕੇ ਪੈ ਜਾਂਦਾ, ਸ਼ਿਕਾਰ ਨੂੰ ਛੱਡਦਾ ਨਹੀਂ। ਇਸੇ ਤਰ੍ਹਾਂ ਗੁਰੂ ਦੇ ਸਿੱਖ ਅੱਗੇ ਵਧਦੇ ਨੇ ਤੇ ਗੁਰੂ ਦੇ ਸਿੱਖ ਜਿਹੜੇ ਨੇ ਇਹਨਾਂ ਤੁਰਕਾਂ ਦੇ ਉੱਤੇ ਇਸ ਤਰ੍ਹਾਂ ਪੈ ਗਏ ਨੇ, ਕਹਿੰਦੇ ਜਿਵੇਂ ਬਾਜ ਜਿਹੜਾ ਉਹ ਸ਼ਿਕਾਰ ਤੇ ਪੈਣਾ ਕਰਦਾ। ਧੱਕਾ ਧੱਕ ਧੀਰੰਗ ਹੱਥਾ ਵੱਥ ਹੋਏ ਕਰਾ ਚੋਲ ਬਾਹੈ ਉਟੈ ਢਾਲ ਕੋਏ। ਤੇ ਕਹਿੰਦੇ ਸੂਰਮੇ ਉਸ ਵੇਲੇ ਇੱਕ ਦੂਜੇ ਦੇ ਨੇੜੇ ਹੋਏ, ਢਾਲ ਦੇ ਨਾਲ ਵਾਰ ਨੂੰ ਰੋਕਦੇ ਨੇ ਤੇ ਤਲਵਾਰ ਦੇ ਨਾਲ ਸੂਰਮੇ ਪ੍ਰਹਾਰ ਕਰਦੇ ਨੇ, ਵਾਰ ਕਰਨਾ ਕਰਦੇ ਨੇ। ਟੁੱਟੈ ਤੀਖ ਤੇ ਗੇ ਲਗੈ ਲੋਹ ਉਪੈ ਕਿਤੇ ਅੰਗ ਕਾਟੇ ਗਿਰੈ ਸੁਰ ਭੂਪੈ। ਤੇ ਸੂਰਮੇ ਕਿਤੇ ਧਰਤੀ ਤੇ ਡਿੱਗਦੇ ਹੋਏ ਨਜ਼ਰ ਆਉਂਦੇ ਨੇ ਤੇ ਕਿਤੇ ਤਲਵਾਰਾਂ ਦੇ ਨਾਲ ਇਹਨਾਂ ਦੇ ਸਰੀਰ ਕੱਟੇ ਜਾਂਦੇ ਨੇ, ਕਿਤੇ ਤਲਵਾਰ ਤੇ ਤਲਵਾਰ ਵੱਜਦੀ ਏ ਤੇ ਤਲਵਾਰਾਂ ਟੁੱਟਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਮਹਾਲੋਥ ਪੋਥਾਨ ਹੋਈ ਕਰਾਲਾ ਬਇਓ ਸ਼੍ਰੋਣ ਜਾਤੋ ਤਰਾ ਰੰਗ ਲਾਲਾ। ਤੇ ਧਰਤੀ ਦਾ ਰੰਗ ਲਾਲ ਹੋ ਗਿਆ, ਲੋਥਾਂ ਤੇ ਲੋਥਾਂ ਚੜ੍ਹਦੀਆਂ ਹੋਈਆਂ ਨਜ਼ਰ ਆਈਆਂ। ਕਹਿੰਦੇ ਉਸ ਵੇਲੇ ਢੇਰ ਲੱਗੇ ਲੋਥਾਂ ਦੇ, ਜਦੋਂ ਇੱਕ ਪਾਸੇ ਭਾਈ ਬਿਧੀ ਚੰਦ ਤੇ ਇੱਕ ਪਾਸੇ ਇੱਕ ਕਰੀਮ ਬਖਸ਼ ਲੜਦਾ। ਕਰਿਓ ਖਾਨ ਹੇਲਾ ਗੁਰੂ ਸੂਰ ਹਾਲੇ ਪਰੇ ਸ਼ਤਰ ਬ੍ਰਿੰਦੰ ਕਹਾਂ ਤੀਕ ਚਾਲੇ। ਤੇ ਕਹਿੰਦੇ ਸ਼ਤਰੂ ਜਿਹੜੇ ਸਨ ਨਾ, ਇਹ ਤੁਰਕ ਜਿਹੜੇ ਸਨ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦੀ ਸੀ। ਸਤਿਗੁਰੂ ਜੀ ਦੇ ਸੂਰਮੇ ਜਿਹੜੇ ਸਨ ਉਹ ਗਿਣਤੀ ਦੇ ਸਨ। ਤੁਰਕਾਂ ਨੇ ਇਹੋ ਜਿਹਾ ਹੱਲਾ ਕੀਤਾ, ਸਤਿਗੁਰੂ ਜੀ ਦੇ ਸਿੱਖਾਂ ਦੇ ਪੈਰ ਹਿਲਾ ਦਿੱਤੇ, ਸਤਿਗੁਰੂ ਜੀ ਦੇ ਸਿੱਖਾਂ ਨੂੰ ਪਿੱਛੇ ਤੱਕਣਾ ਕੀਤਾ। ਛੁਟਾਈ ਛਿਤੰ ਕੋ ਤਹਾਂ ਤੀਕ ਆਏ ਨਬਾਬੰ ਤਨੂ ਜੰਗ ਪਰਿਓ ਜੌਨ ਥਾਏ। ਕਹਿੰਦੇ ਜਿੱਥੇ ਇਹ ਨਵਾਬ ਦਾ ਪੁੱਤਰ ਨਬੀ ਬਖਸ਼ ਜੀ ਦੀ ਮੌਤ ਹੋਈ ਸੀ ਉਹ ਪਿਆ ਸੀ ਨਾ, ਤੁਰਕਾਂ ਨੇ ਕਹਿੰਦੇ ਸਤਿਗੁਰੂ ਜੀ ਦੇ ਸਿੱਖਾਂ ਦੇ ਕੋਲੋਂ ਇਹਨਾਂ ਤੇ ਹਮਲਾ ਕਰਕੇ ਉੱਥੋਂ ਤੱਕ ਧਰਤੀ ਛੁਡਾ ਲਈ, ਉੱਥੋਂ ਤੱਕ ਆਪਣਾ ਕਬਜ਼ਾ ਕਰਨਾ ਕੀਤਾ ਜਿੱਥੇ ਨਬੀ ਬਖਸ਼ ਦੀ ਮੌਤ ਹੋਈ ਸੀ, ਜਿੱਥੇ ਇਹ ਨਬੀ ਬਖਸ਼ ਪਿਆ ਸੀ। ਪਿੱਖਿਓ ਭਰਾਤ ਜੇਠਾ ਕਟੇ ਅੰਗ ਡਾਲਾ ਪਰਿਓ ਧੂਰ ਮੈਂ ਤੁੰਡ ਮੁੰਡਾ ਕਰਾਲਾ। ਤੇ ਕਰੀਮ ਬਖਸ਼ ਕੀ ਵੇਖਦਾ ਕਿ ਕਰੀਮ ਬਖਸ਼ ਦਾ ਭਰਾ ਜਿਹੜਾ ਨਬੀ ਬਖਸ਼ ਸੀ ਨਾ, ਉਹਦੇ ਸਰੀਰ ਦੇ ਅੰਗ ਕੱਟੇ ਨੇ, ਬਹੁਤ ਉਹਦੇ ਸਰੀਰ ਦੇ ਉੱਤੇ ਵਾਰ ਲੱਗੇ ਨੇ, ਮਿੱਟੀ ਦੇ ਵਿੱਚ ਉਹਦਾ ਸਰੀਰ ਮਿਲਿਆ ਹੋਇਆ। ਜਿਸ ਵੇਲੇ ਕਰੀਮ ਬਖਸ਼ ਨੇ ਆਪਣੇ ਭਰਾ ਨਬੀ ਬਖਸ਼ ਦਾ ਸਰੀਰ ਵੇਖਣਾ ਕੀਤਾ। ਗਿਰਿਓ ਨੈਣ ਤੇ ਨੀਰ ਰੋਦੰਤ ਹੇਰੇ ਪੁਨੰ ਜੁਦ ਕੋ ਕੋਪ ਕੀਨੋ ਕਨੇਰੇ। ਤੇ ਕਰੀਮ ਬਖਸ਼ ਦੀਆਂ ਅੱਖਾਂ ਦੇ ਵਿੱਚੋਂ ਜਲ ਵਹਿ ਤੁਰਿਆ। ਕਹਿੰਦੇ ਕਰੀਮ ਬਖਸ਼ ਬੜੇ ਗੁੱਸੇ ਦੇ ਵਿੱਚ ਆ ਕੇ
ਉਸ ਵੇਲੇ ਫਿਰ ਵੀਰ ਰਸ ਦੇ ਵਿੱਚ ਆਇਆ। ਕਹਿੰਦੇ ਇਹਨੇ ਫਿਰ ਬੜਾ ਭਿਆਨਕ ਜੰਗ ਲੜਨਾ ਕੀਤਾ ਕਰੀਮ ਬਖਸ਼ ਨੇ। ਜਦੋਂ ਆਪਣੇ ਭਰਾ ਨੂੰ ਮਰਿਆ ਹੋਇਆ ਆਪਣੀਆਂ ਅੱਖਾਂ ਦੇ ਨਾਲ ਇਹਨੇ ਵੇਖਣਾ ਕੀਤਾ। ਦਬਾਏ ਅਗਾਰੀ ਪ੍ਰਹਾਰੇ ਭਜਾਏ, ਨਹੀਂ ਪਾਏ ਜਾਮੇ ਕਨੇ ਸ਼ਤਰ ਆਏ। ਤੇ ਇਹ ਸ਼ਤਰੂ ਜਿਹੜੇ ਸਨ ਇਹਨਾਂ ਦੀ ਗਿਣਤੀ ਬਹੁਤ ਜ਼ਿਆਦੀ ਸੀ। ਉਸ ਵੇਲੇ ਕਹਿੰਦੇ ਇਹਨਾਂ ਨੂੰ ਇਹੋ ਜਿਹਾ ਦਬਾਇਆ, ਇਹੋ ਜਿਹਾ ਭਜਾਇਆ, ਕਹਿੰਦੇ ਕੋਈ ਵੀ ਅੱਗੇ ਜਿਹੜਾ ਸੀ ਉਹ ਟਿਕ ਨਾ ਸਕਿਆ। ਉਸ ਵੇਲੇ ਸਤਿਗੁਰੂ ਜੀ ਦੇ ਜਿਹੜੇ ਸਿੱਖ ਸਨ। ਮਰੇ ਸੈਂਕਰੇ ਸੁਰ ਖੇਤੰ ਮਝਾਰਾ, ਨਬਾਬੰ ਤਨੂ ਜੰਗ ਕਰਿਓ ਜੰਗ ਭਾਰਾ। ਤੇ ਨਵਾਬ ਦੇ ਪੁੱਤਰ ਨੇ, ਅਬਦੁੱਲ ਖਾਨ ਦੇ ਪੁੱਤਰ ਕਰੀਮ ਬਖਸ਼ ਨੇ, ਕਹਿੰਦੇ ਇਹੋ ਜਿਹਾ ਭਿਆਨਕ ਜੰਗ ਕੀਤਾ, ਇਹੋ ਜੀ ਲੜਾਈ ਲੜੀ ਕਰੀਮ ਬਖਸ਼ ਨੇ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਦੇ ਸਿੱਖ ਜਿਹੜੇ ਸਨ ਉਹਨਾਂ ਨੂੰ ਖਤਮ ਕਰਨਾ ਕੀਤਾ ਤੇ ਸਿੱਖਾਂ ਨੂੰ ਉੱਥੋਂ ਦੌੜਾਉਣਾ ਕੀਤਾ ਤੇ ਬਹੁਤ ਸਾਰੇ ਸਿੱਖਾਂ ਨੂੰ ਮਾਰਨਾ ਵੀ ਕੀਤਾ। ਹਰਿਦੇ ਸ਼ੋਕਤੇ ਕੋਪ ਜਾਗਿਓ ਬਡੇਰੇ, ਭਜੇ ਸਿੱਖ ਥੋਰੇ ਬਿਧੀ ਚੰਦ ਹੇਰੇ। ਤੇ ਕਹਿੰਦੇ ਉਸ ਵੇਲੇ ਜਿਹੜੇ ਸਿੱਖ ਸਨ ਇਹ ਥੋੜੇ ਜਿਹੇ ਬਚੇ ਤੇ ਮੈਦਾਨ ਛੱਡ ਕੇ ਦੌੜ ਗਏ। ਕਿਉਂ? ਇਹ ਕਰੀਮ ਬਖਸ਼ ਬੜੇ ਵੀਰ ਰਸ ਦੇ ਵਿੱਚ ਬੜੇ ਗੁੱਸੇ ਦੇ ਵਿੱਚ ਆਇਆ ਸੀ ਤੇ ਗੁੱਸੇ ਦੇ ਵਿੱਚ ਆ ਕੇ ਇਹਨੇ ਬੜੀ ਮਾਰਨੀ ਕੀਤੀ ਤੇ ਸਿੱਖ ਦੌੜਦੇ ਹੋਏ ਭਾਈ ਬਿਧੀ ਚੰਦ ਦੇ ਕੋਲ ਜਾਂਦੇ ਨੇ ਤੇ ਭਾਈ ਬਿਧੀ ਚੰਦ ਨੇ ਜਦੋਂ ਇਹਨਾਂ ਸਿੱਖਾਂ ਨੂੰ ਦੌੜਦਿਆਂ ਹੋਇਆਂ ਨੂੰ ਵੇਖਣਾ ਕੀਤਾ। ਤਬੈ ਚਾਂਪ ਤੇ ਤੀਰ ਤੀਖੇ ਪ੍ਰਹਾਰੇ, ਲੱਗੇ ਸ਼ਤਰ ਕੇ ਅੰਗ ਪਾਰੈ ਪਧਾਰੇ। ਤੇ ਫਿਰ ਉਸ ਵੇਲੇ ਬੜੇ ਤਿੱਖੇ ਤੀਰ ਜਿਹੜੇ ਸਨ ਭਾਈ ਬਿਧੀ ਚੰਦ ਨੇ ਕਮਾਨ ਦੀ ਤੰਦੀ ਦੇ ਵਿੱਚ ਜੋੜ ਕੇ ਚਲਾਉਣੇ ਕੀਤੇ ਤੇ ਬਹੁਤ ਸਾਰੇ ਤੁਰਕਾਂ ਨੂੰ ਭਾਈ ਬਿਧੀ ਚੰਦ ਨੇ ਮਾਰਨਾ ਕੀਤਾ। ਲਿਓ ਰੋਕ ਆਗਾ ਜਥਾ ਦੇ ਕਪਾਟੇ, ਕੇ ਕੋਰੇ ਸਿੱਖ ਪਿੱਛੇ ਬੜੇ ਖਾਨ ਡਾਟੇ। ਤੇ ਕਹਿੰਦੇ ਸਿੱਖ ਜਿਹੜੇ ਸਨ ਥੋੜੇ ਸਨ, ਤੁਰਕ ਜ਼ਿਆਦੇ ਸਨ ਤੇ ਤੁਰਕ ਸਿੱਖਾਂ ਨੂੰ ਡਾਟਦੇ ਸਨ। ਪਰ ਕਹਿੰਦੇ ਸਤਿਗੁਰੂ ਜੀ ਦੇ ਸੂਰਮੇ ਭਾਈ ਬਿਧੀ ਚੰਦ ਨੇ ਇਹੋ ਜਿਹੇ ਤੀਰ ਚਲਾਏ, ਕਹਿੰਦੇ ਤੁਰਕਾਂ ਦੇ ਉਸ ਵੇਲੇ ਪੈਰ ਹਿਲਾ ਦਿੱਤੇ। ਉਥੱਲੇ ਪਥੱਲੇ ਲਥੇਰੇ ਪਥੇਰੇ, ਪਰੀ ਤੁਮ ਭਾਰੀ ਪੁਕਾਰੈ ਕਨੇਰੇ। ਤੇ ਅਨੇਕਾਂ ਹੀ ਜਿਹੜੇ ਸਨ ਉਸ ਵੇਲੇ ਪੁਕਾਰਦੇ ਨੇ। ਲੋਥਾਂ ਤੇ ਲੋਥਾਂ ਚੜ੍ਹਦੀਆਂ ਨਜ਼ਰ ਆਈਆਂ ਤੇ ਉਸ ਵੇਲੇ ਜਿਹੜੇ ਡਰਪੋਕ ਸਨ ਉਹ ਦੌੜਦੇ ਹੋਏ ਮੈਦਾਨ ਦੇ ਵਿੱਚੋਂ ਨਜ਼ਰ ਆਏ। ਲਏ ਰੋਕ ਸਾਰੇ ਇਸੀ ਰੀਤ ਜਾਨੋ, ਹੜੰਗ ਨੀਰ ਕੋ ਸੈਲ ਜੈਸੇ ਮਹਾਨੋ। ਕਹਿੰਦੇ ਜਿਵੇਂ ਪਾਣੀ ਦਾ ਜਿਹੜਾ ਪ੍ਰਵਾਹ ਉਹ ਚੱਲਦਾ ਹੋਵੇ ਨਾ, ਹੜ ਦਾ ਪਾਣੀ ਆ ਜਾਵੇ ਤੇ ਸਾਹਮਣੇ ਕੋਈ ਪਹਾੜ ਆ ਜਾਵੇ, ਉਹ ਪਹਾੜ ਦੇ ਕੋਲ ਆ ਕੇ ਪਾਣੀ ਰੁਕ ਜਾਂਦਾ ਹੈ। ਕਹਿੰਦੇ ਹੜ ਦੇ ਨਿਆਈ ਇਹ ਜਿਹੜਾ ਕਰੀਮ ਬਖਸ਼ ਸੀ ਨਾ, ਮਾਰਦਾ ਅੱਗੇ ਵਧਦਾ ਆਉਂਦਾ ਸੀ। ਪਰ ਭਾਈ ਬਿਧੀ ਚੰਦ ਨੇ ਇਹੋ ਜਿਹੇ ਤੀਰ ਚਲਾਏ, ਪਹਾੜ ਵਾਂਗੂ ਇਹਨਾਂ ਦੇ ਸਾਹਮਣੇ ਖਲੋ ਗਿਆ ਤੇ ਇਹਨਾਂ ਨੂੰ ਰੋਕਣਾ ਕੀਤਾ, ਇਹਨਾਂ ਨੂੰ ਉੱਥੇ ਹੀ ਰੋਕ ਦਿੱਤਾ। ਜਥਾ ਜੰਗ ਥੰਭਾ ਬਿਧੀ ਚੰਦ ਹੋਵਾ, ਕਰੀ ਮੂੰਹ ਬੜੋ ਜ਼ੋਰ ਦੇ ਕੇ ਸੁਜੋਵਾ। ਤੇ ਕਹਿੰਦੇ ਇੱਧਰ ਕਰੀਮ ਬਖਸ਼ ਨੇ ਬੜਾ ਆਪਣਾ ਜ਼ੋਰ ਲਾਉਣਾ ਕੀਤਾ ਤੇ ਭਾਈ ਬਿਧੀ ਚੰਦ ਜੀ ਜੰਗ ਦੇ ਵਿੱਚ ਥੰਮ ਵਾਂਗੂ ਖਲੋ ਗਏ। ਭਾਈ ਬਿਧੀ ਚੰਦ ਪਿੱਛੇ ਨਹੀਂ ਹਟੇ ਤੇ ਤੀਰਾਂ ਦੀ ਇਹੋ ਜੀ ਮਾਰੀ ਕਿ ਤੁਰਕ ਜਿਹੜੇ ਸਨ ਇਹਨਾਂ ਨੂੰ ਰੋਕ ਦਿੱਤਾ। ਖਰੋ ਹੋ ਗਿੱਦੀ ਕਹਾਂ ਜਾਤ ਆਗੇ, ਲਰੋ ਸੰਗ ਮੇਰੇ ਚਾਹੇ ਪ੍ਰਾਣ ਤਿਆਗੇ। ਤੇ ਫਿਰ ਉਸ ਵੇਲੇ ਭਾਈ ਬਿਧੀ ਚੰਦ ਇਹਨੂੰ ਕਰੀਮ ਬਖਸ਼ ਨੂੰ ਕਹਿਣ ਲੱਗਿਆ ਡਰਪੋਕਾ ਕਿੱਧਰ ਦੌੜਦਾ ਜਾਣਾ? ਮੈਂ ਤੇਰੇ ਸਾਹਮਣੇ ਖਲੋਤਾ। ਜਿਹੜੀ ਜੰਗ ਦੀ ਮਰਿਆਦਾ ਹੈ ਕਿ ਜਿਹੜਾ ਸਾਹਮਣੇ ਹੋਵੇ ਉਹਦੇ ਨਾਲ ਲੜ ਕੇ ਤੇ ਫਿਰ ਅੱਗੇ ਵਧਿਆ ਜਾਂਦਾ ਹੈ। ਤੂੰ ਕਿੱਥੇ ਅੱਗੇ ਵਧਦਾ ਜਾਂਦਾ? ਪਹਿਲਾਂ ਮੇਰੇ ਨਾਲ ਜੰਗ ਲੜਨਾ ਕਰ ਤੇ ਫਿਰ ਅੱਗੇ ਵਧਣ ਦਾ ਯਤਨ ਕਰਨਾ ਕਰੀ। ਸੁਨੀ ਬਾਤ ਕਾਨੰ ਕਰੀ ਮੂੰਹ ਰਿਸਾਇਓ, ਗਏ ਹੋ ਸੇਲ ਤੀਖੋ ਤੁਰੰਗੇ ਤਵਾਇਓ। ਤੇ ਕਹਿੰਦੇ ਜਦੋਂ ਕਰੀਮ ਬਖਸ਼ ਨੇ ਇਹ ਗੱਲ ਆਪਣੇ ਕੰਨਾਂ ਦੇ ਨਾਲ ਸੁਣੀ ਤੇ ਕਰੀਮ ਬਖਸ਼ ਬੜੇ ਗੁੱਸੇ ਦੇ ਵਿੱਚ ਆਇਆ, ਬੜੇ ਕ੍ਰੋਧ ਦੇ ਵਿੱਚ ਆਇਆ ਤੇ ਆਪਣੇ ਘੋੜੇ ਨੂੰ ਉਸ ਵੇਲੇ ਇਸ ਨੇ ਦੜਾਉਣਾ ਕੀਤਾ। ਬਿਧੀ ਚੰਦ ਕੇ ਨੇਰ ਠੂਕਿਓ ਸੁਆਈ, ਪ੍ਰਹਾਰਿਓ ਤਬੈ ਸਾਮੂਹੇ ਓ ਜਲਾਈ। ਤੇ ਫਿਰ ਕਹਿੰਦੇ ਉਸ ਵੇਲੇ ਭਾਈ ਬਿਧੀ ਚੰਦ ਦੇ ਕੋਲ ਆਇਆ
ਤੇ ਭਾਈ ਬਿਧੀ ਚੰਦ ਦੇ ਸਨਮੁਖ ਆ ਕੇ ਇਹਨੇ ਭਾਈ ਬਿਧੀ ਚੰਦ ਦੇ ਨਾਲ ਜੰਗ ਲੜਨਾ ਕੀਤਾ। ਜਿਵੇਂ ਭਾਈ ਬਿਧੀ ਚੰਦ ਤੇ ਕਰੀਮ ਬਖਸ਼ ਜਿਹੜੇ ਦੋਨੋਂ ਜੰਗ ਲੜਦੇ ਨੇ, ਸੋ ਪਾਵਨ ਜਸ ਕੱਲ ਦੇ ਪ੍ਰਸੰਗ ਦੇ ਵਿੱਚ ਸ਼ਰਵਣ ਕਰਾਂਗੇ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਆਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਜੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ